कवण हमारी। साध संग नानक जस गायो, जो प्रभ की अत प्यारी। सतनाम वाहिगुरु साहिब जियो। लहणे दी फेराईऐ, नानका दोही खटिऐ। जोत ओहा जुगत साए, शह काया फेर पलटिऐ। झुलै सो छत निरंजनी, मल तख्त बैठा गुर हटिऐ। करे जे गुर फुरमाया, सिल जोग अलूणी चटिऐ। लंगर चलै गुर शब्द, हर टूट न आवी खटिऐ। खर्चे दित खसम दी, आप खैंदी खैर दबटिऐ। होवै सिफत खसम दी, नूरी अरसों कुरसों चटिऐ। तुद डिठे सच्चे पातशाह, मल जन्म जन्म दी कटिऐ। सच जे गुर फुरमाया, क्यों एदू बोलों हटिऐ। पुतरी कौल न पालियो, कर पीरो कन मुरटिऐ। दिल खोटे आकी फिरन, बन भार उचायन छटिऐ। जिन आखी सोई करे, जिन कीती तिनै थटिऐ। कौन हारै किन उवटिऐ, कौन हारे किन उवटिऐ। परम सन्मानयोग जुगो जुग अटल ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਵਡਭਾਗੇ ਹੋ। ਸਾਹਿਬਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕਰਕੇ ਅੰਮ੍ਰਿਤਮਈ ਪਾਵਨ ਬਾਣੀ ਆਸਾ ਕੀ ਵਾਰ ਦਾ ਕੀਰਤਨ ਸ਼ਰਵਣ ਕਰ ਰਹੇ ਸੀ ਤੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਵਿਚਾਰ ਵਿੱਚੋਂ ਬਾਬਾ ਸੱਤਾ ਜੀ ਤੇ ਬਾਬਾ ਬਲਵੰਡ ਰਾਏ ਗੁਰੂ ਘਰ ਦੇ ਕੀਰਤਨੀਏ, ਉਹਨਾਂ ਦੁਆਰਾ ਉਚਾਰਨ ਕੀਤੀ ਹੋਈ ਰਾਮਕਲੀ ਕੀ ਵਾਰ, ਤਿਸ ਦੀ ਪੌੜੀ ਨੰਬਰ 2 ਦੇ ਪਾਠ ਨੂੰ ਆਪ ਜੀ ਨੇ ਸ਼ਰਵਣ ਕੀਤਾ ਹੈ। ਆਓ ਗੁਰੂ ਕਿਰਪਾ ਗੁਰੂ ਰਹਿਮਤ ਸਦਕਾ ਇਸ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ।
ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਲਵਾਈਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ ਪਹਿਲੀ ਪੌੜੀ ਦੀ ਵਿਚਾਰ ਸਾਂਝੀ ਕੀਤੀ ਸੀ। ਪੌੜੀ ਨੰਬਰ 1 ਤੋਂ ਲੈ ਕੇ ਪੌੜੀ ਨੰਬਰ 4 ਤੱਕ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਤੇ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਮਿਲਵੀਂ ਵਡਿਆਈ ਕੀਤੀ ਗਈ ਹੈ। ਪੌੜੀ ਨੰਬਰ 1 ਦੇ ਵਿੱਚ ਆਪਾਂ ਵਿਚਾਰਿਆ ਸੀ ਕਿ ਅਕਾਲ ਪੁਰਖ ਵਾਹਿਗੁਰੂ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ, ਉਹਨਾਂ ਦਾ ਨਾਮਣਾ ਉੱਚਾ ਕੀਤਾ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੱਚ ਧਰਮ ਦਾ ਰਾਜ ਸਥਾਪਿਤ ਕੀਤਾ। ਗੁਰੂ ਪਾਤਸ਼ਾਹ ਜੀ ਨੇ ਆਪਣੇ ਜਿਉਂਦਿਆਂ ਜੀ ਆਪਣੇ ਚੇਲੇ, ਆਪਣੇ ਸਿੱਖ ਭਾਈ ਲਹਿਣਾ ਜੀ ਨੂੰ ਗੁਰਗੱਦੀ ਦਾ ਵਾਰਸ ਥਾਪ ਦਿੱਤਾ, ਆਪਣੀ ਜੋਤ ਦਾ ਧਾਰਨੀ ਬਣਾ ਦਿੱਤਾ। ਇੱਥੋਂ ਤੱਕ ਆਪਾਂ ਵਿਚਾਰ ਸਾਂਝੇ ਕੀਤੇ ਸਨ। ਅੱਜ ਹੁਣ ਦੂਸਰੀ ਪੌੜੀ ਦੇ ਵਿੱਚ ਰਾਏ ਬਲਵੰਡ ਜੀ ਗੁਰੂ ਘਰ ਦੇ ਮਹਾਨ ਕੀਰਤਨੀਏ ਰਬਾਬੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਵਡਿਆਈ ਕਰਦਿਆਂ ਹੋਇਆਂ ਤੇ ਨਾਲ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਵੱਲੋਂ ਬਖਸ਼ਿਸ਼ਾਂ ਦੀ ਪ੍ਰਾਪਤੀ ਹੋਈ, ਉਹਨਾਂ ਨੂੰ ਵਡਿਆਉਂਦਿਆਂ ਹੋਇਆਂ ਕਹਿ ਰਹੇ ਨੇ, ਲਹਿਣੇ ਦੀ ਫੇਰਾਈ ਹੈ ਨਾਨਕਾ ਦੋਹੀ ਖੱਟੀ ਹੈ। ਵੀ ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਤਿਲਕ ਬਾਬਾ ਲਹਿਣਾ ਜੀ ਨੂੰ ਦਿੱਤਾ ਤੇ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਦੀ ਧੁੰਮ ਦੀ ਬਰਕਤ ਦੇ ਨਾਲ ਬਾਬਾ ਲਹਿਣਾ ਜੀ ਦੀ ਵਡਿਆਈ ਦੀ ਧੁੰਮ ਪੈ ਗਈ। ਭਈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਦੀ ਬਰਕਤ ਦੇ ਨਾਲ ਹੁਣ ਜਦੋਂ ਜੋਤ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਅੰਦਰ ਟਿਕ ਗਈ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਵਡਿਆਈ ਚਾਰੇ ਪਾਸੇ ਫੈਲ ਗਈ। ਤੇ ਅੱਗੇ ਕਹਿੰਦੇ, ਜੋਤ ਓਹਾ ਜੁਗਤ ਸਾਏ ਸੈਂਕਾਇਆਂ ਫੇਰ ਪਲਟੀ ਹੈ। ਕਿਉਂਕਿ ਬਾਬਾ ਲਹਿਣਾ ਜੀ ਦੇ ਅੰਦਰ ਉਹੀ ਗੁਰੂ ਨਾਨਕ ਵਾਲੀ ਜੋਤ ਸੀ ਤੇ ਜੀਵਨ ਦਾ ਢੰਗ ਵੀ ਉਹੀ ਸੀ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਿਧਾਂਤ ਸੀ, ਜੋ ਜੀਵਨ ਜਿਉਣ ਦਾ ਢੰਗ ਸੀ, ਜੋ ਮਿਸ਼ਨ ਗੁਰੂ ਨਾਨਕ ਦੇਵ ਮਹਾਰਾਜ ਜੀ ਲੈ ਕੇ ਚੱਲ ਰਹੇ ਸਨ, ਉਹੀ ਮਿਸ਼ਨ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਰੂਪ ਦੇ ਵਿੱਚ ਲੈ ਕੇ ਉਹ ਤੁਰ ਰਹੇ ਹਨ। ਤੇ ਗੁਰੂ ਨਾਨਕ ਦੇਵ ਜੀ ਨੇ ਕੇਵਲ ਸਰੀਰ ਨੂੰ ਬਦਲਿਆ ਸੀ, ਬਾਕੀ ਜੁਗਤੀ ਜਿਹੜੀ ਸੀ, ਜੀਵਨ ਜਿਉਣ ਦਾ ਢੰਗ ਜਿਹੜਾ ਸੀ, ਜੋਤ ਜਿਹੜੀ ਸੀ, ਉਹ ਇੱਕ ਉਹੋ ਹੀ ਸੀ ਬਿਲਕੁਲ। ਇਹਦੀ ਕੀ ਸਰੀਰ ਬਦਲ ਗਿਆ ਹੈ ਤੇ ਹੁਣ ਗਾਂ ਟੀਚਾ ਵੀ ਬਦਲ ਗਿਆ ਹੋਵੇਗਾ, ਜਿਹੜੀ ਜੁਗਤ ਹੈ ਉਹ ਵੀ ਬਦਲ ਗਈ ਹੋਵੇਗੀ? ਨਾ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹਰ ਪੱਖੋਂ ਨਿਗਰੇ ਹੋਏ ਸਮਾਜ ਨੂੰ, ਉਹਦੇ ਵਿੱਚ ਮਨੁੱਖ ਸ਼੍ਰੇਣੀ ਨੂੰ ਉੱਚੀਆਂ ਚੁੱਕਣ ਵਾਸਤੇ, ਇਨਸਾਨ ਬਣਾਉਣ ਵਾਸਤੇ ਸੰਸਾਰ ਵਿੱਚ ਇਹ ਟੀਚਾ ਮਿੱਥ ਕੇ ਆਏ ਸਨ। ਤੇ ਜਿਹੜਾ ਇਨਸਾਨ ਹਰ ਪੱਖੋਂ ਨਿਗਰਿਆ ਹੋਇਆ ਸੀ, ਉਹ ਵਿਕਾਰਾਂ ਦੇ ਵਿੱਚ ਖੱਟਤ ਸੀ, ਮਾਨਸਿਕ ਗੁਲਾਮੀ ਨੂੰ ਝੇਲ ਰਿਹਾ ਸੀ, ਰਾਜਨੀਤਿਕ ਗੁਲਾਮੀ ਇਹਦਾ ਸ਼ਿਕਾਰ ਹੋਇਆ ਪਿਆ ਸੀ। ਉਹਨੂੰ ਹਰ ਪੱਖੋਂ ਉੱਚਿਆ ਚੁੱਕਣ ਦੇ ਵਾਸਤੇ, ਉਹਨੂੰ ਸੰਤ ਤੇ ਸਿਪਾਹੀ ਬਣਾਉਣ ਦੇ ਵਾਸਤੇ ਲੰਬੇਰੇ ਸਮੇਂ ਦੀ ਲੋੜ ਸੀ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਨੂੰ 10 ਜਾਮਿਆਂ ਦੇ ਵਿੱਚੋਂ ਦੀ ਲੰਘਣਾ ਪਿਆ ਹੈ। ਤੇ ਦੂਸਰਾ ਜਾਮਾ ਜਿਹੜਾ ਹੈ ਉਹ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਹੈ, ਜਿਹਦੀ ਵਡਿਆਈ ਭਾਈ ਸੱਤਾ, ਭਾਈ ਬਲਵੰਡ ਜੀ ਆਪਣੀ ਇਸ ਵਾਰ ਦੇ ਰਾਹੀਂ ਕਰ ਰਹੇ ਹਨ। ਕਹਿੰਦੇ ਨੇ, ਮਤ ਸਮਝੋ ਕਿ ਸਰੀਰ ਦੂਸਰਾ ਹੈ, ਜੋਤ ਤੇ ਜੁਗਤ ਇੱਕੋ ਹੀ ਹੈ। ਕਈ ਵਾਰੀ ਆਪਾਂ ਕਹਿ ਦਿੰਦੇ ਆ
दूसरे गुरु तीसरे गुरु, गुरु दूसरा तीसरा नहीं है, गुरु इको ही है। इक्का बाणी इको गुर इको शब्द विचार। महला पहला हो सकता है, महला दूजा हो सकता है, महला तीजा, महला चौथा, पर गुरु पहला दूसरा तीसरा नहीं। ये आपां अणजाणे विच शब्द वरतदे हां, पहला गुरु दूजा गुरु तीजा गुरु, दसम पातशाह तक इको गुरु। गां गुरु ग्रंथ साहिब महाराज जी इको जोत इको जुगत दे धारणी हन। आपां शरीर करके महला पहला महला दूजा महला तीजा जां पहली पातशाही दूजी पातशाही ये शब्द वरत सकते हैं। गुरु इको ही है, गुरु दा सिद्धांत गुरु दी जुगत इको ही है, उहदे विच कोई वखरापन नहीं है। इथों तक कि जिन्हां भगतां दी बाणी गुरु महाराज जी ने ऐड कीती है गुरु ग्रंथ साहिब जी दे विच, उन्हां दा भी सिद्धांत इको ही है, उन्हां दी भी जुगत इको ही है। जे माड़ा मोट भी उहदे विच फर्क हुंदा ते जिन्हां भगतां दी सिद्धांत जिन्हां दी विचारधारा विच फर्क मिलिया, गुरु साहिबानां दी विचारधारा दे नालों अलहदा विचारधारा मिली, कान्हा पीलू ते छज्जू ते हुसैन उन्हां दी बाणी विच दर्ज करन तो गुरु जी ने इनकार कर दिता सी। इत्थे 35 ਦੇ 35 महापुरखों की सोच इको है, विचार इको है, सिद्धांत ते फलसफा इको है। ते इत्थे भाई बलवंड राय जी कह रहे ने, जोत ओहा जुगत साए शह काया फिर पलटी है। शरीर केवल बदलिया गया है, बाकी जोत जुगत इको ही है। कहंदे झुले सो छत निरंजनी, मल तख्त बैठा गुर हटीऐ। बाबा लहणा जी दे सिर ते उत्ते हुण रब्बी छतर झुल रहा है, गुरियाई दा छतर झुल रहा है। मालक अकाल पुरख वाहिगुरु जी दी वडियाई है भी जिहड़ा ओहदी भगती नाल जुड़दा है, ओहदे नाम नाल जुड़दा है। भगत रविदास जी कहंदे ने ਉਹਦੇ ਸਿਰ ਤੇ ਉੱਤੇ ਵਡਿਆਈ ਦਾ ਛਤਰ ਮਾਲਕ ਜੀ ਚਲਾ ਦਿੰਦੇ ਨੇ, ਭਾਵੇਂ ਉਹ ਬਹੁਤ ਹੀ ਨੀਵੀਂ ਜਾਤ ਵਿੱਚੋਂ ਅਛੂਤ ਮੰਨੀ ਜਾਣ ਵਾਲੀ ਜਾਤ ਦੇ ਵਿੱਚੋਂ ਕਿਉਂ ਨਾ ਪੈਦਾ ਹੋਇਆ ਹੋਵੇ। ਕਹਿੰਦੇ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆਂ ਮੇਰਾ ਮਾਥੈ ਛਤਰ ਤਰੈ। ਇੱਥੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਚਨਾਂ ਦੀ ਹੁਕਮਾਂ ਦੀ ਪਾਲਣਾ ਕਰਕੇ ਰੱਬੀ ਬਖਸ਼ਿਸ਼ਾਂ ਆਪਣੀ ਝੋਲੀ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਵੱਲੋਂ ਪਵਾ ਕਰਕੇ ਭਾਈ ਲਹਿਣਾ ਭਾਵ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਸਿਰ ਤੇ ਉੱਤੇ ਗੁਰਿਆਈ ਦਾ ਰੱਬੀ ਵਡਿਆਈ ਦਾ ਛਤਰ ਝੁਲਦਾ ਪਿਆ ਹੈ। ਕਹਿੰਦੇ ਝੁੱਲੇ ਸੋ ਛਤ ਨਿਰੰਜਨੀ, ਮਲ ਤਖਤ ਬੈਠਾ ਗੁਰ ਹਟੀਐ। ਤੇ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਹੱਟੀ ਦਾ ਮਾਲਕ, ਨਾਮ ਦਾ ਪਦਾਰਥ ਵੰਡਣ ਵਾਲਾ ਭਾਈ ਲਹਿਣਾ ਜੀ ਹੁਣ ਉੱਥੇ ਬੈਠ ਗਿਆ ਹੈ। ਕਹਿੰਦੇ ਝੁੱਲੇ ਸੋ ਛਤ ਨਿਰੰਜਨੀ, ਮਲ ਤਖਤ ਬੈਠਾ ਗੁਰ ਹਟੀਐ। ਕਰੇ ਜੇ ਗੁਰ ਫਰਮਾਇਆ, ਸਿਲ ਜੋਗ ਅਲੂਣੀ ਚੱਟੀ ਹੈ। ਹੁਣ ਇੱਥੋਂ ਤੱਕ ਕਿਵੇਂ ਪਹੁੰਚੇ ਨੇ ਭਾਈ ਲਹਿਣਾ ਜੀ? ਗੁਰੂ ਨਾਨਕ ਦੇ ਮਹਾਰਾਜ ਜੀ ਦੀ ਇਹ ਨਾਮ ਦੀ ਹੱਟੀ, ਰੱਬੀ ਬਖਸ਼ਿਸ਼ਾਂ ਦੇ ਖਜ਼ਾਨੇ ਦੇ ਮਾਲਕ ਕਿਵੇਂ ਬਣੇ? ਬੜੀ ਵੱਡੀ ਘਾਲਣਾ ਘਾਲੀ ਹੈ ਉਹਨਾਂ ਨੇ। ਗੁਰੂ ਨੇ ਜੋ ਵੀ ਹੁਕਮ ਉਹਨਾਂ ਨੂੰ ਕੀਤਾ ਉਹਦੀ ਪਾਲਣਾ ਕੀਤੀ ਹੈ। ਕਿਸੇ ਵੀ ਹੁਕਮ ਦੀ ਨਾ ਨੁਕਰ ਭਾਈ ਲਹਿਣਾ ਜੀ ਨੇ ਕੀਤੀ। ਤੁਸੀਂ ਇਤਿਹਾਸ ਨੂੰ ਪੜ੍ਹਿਆ, ਅੱਧੀ ਰਾਤ ਨੂੰ ਅਗਰ ਕੱਪੜੇ ਧੋਣ ਦੇ ਵਾਸਤੇ ਵਰਦੇ ਮੀਂਹ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਹੁਕਮ ਕੀਤਾ ਤੇ ਅੱਧੀ ਰਾਤ ਨੂੰ ਕੱਪੜੇ ਧੋਣ ਲੱਗ ਪਏ। ਪੁੱਤਰਾਂ ਨੂੰ ਵੀ ਹੁਕਮ ਕਰਦੇ ਸਨ। ਪੁੱਤਰ ਇਹ ਜਵਾਬ ਦਿੰਦੇ ਸਨ, ਪਿਤਾ ਜੀ ਇੰਨੀ ਕਿਹੜੀ ਕਾਹਲੀ ਹੈ, ਸਵੇਰ ਚੜ੍ਹੇਗੀ ਤੇ ਵੇਖੀ ਜਾਏਗੀ, ਨਾਲੇ ਹੁਣੇ ਕਿਹੜੇ ਕੱਪੜੇ ਆਪਾਂ ਪਾਣੇ ਆ, ਕੱਪੜਿਆਂ ਦੀ ਕੋਈ ਕਮੀ ਥੋੜੀ ਨਾ। ਜੇ ਗੰਦੇ ਨਾਲੇ ਦੇ ਵਿੱਚੋਂ ਇੱਕ ਕਟੋਰਾ ਡਿੱਗਿਆ ਹੋਇਆ ਬਾਹਰ ਕੱਢ ਕੇ ਲਿਆਉਣ ਦਾ ਹੁਕਮ ਦਿੱਤਾ, ਉੱਥੇ ਵੀ ਪੁੱਤਰਾਂ ਨੇ ਜਵਾਬ ਦੇ ਦਿੱਤਾ ਵੀ ਘਰ ਦੇ ਵਿੱਚ ਬੜੇ ਕਟੋਰੇ ਪਏ ਨੇ,
ਜ਼ਰੂਰੀ ਇਸ ਗੰਦੇ ਨਾਲੇ ਦੇ ਵਿੱਚ ਹੀ ਵੜ ਕੇ ਕਟੋਰੇ ਨੂੰ ਕੱਢਣਾ ਹੈ। ਅਸਲ ਦੇ ਵਿੱਚ ਇਹ ਬੜੀ ਵੱਡੀ ਇਹਦੇ ਵਿੱਚ ਇੱਕ ਫਿਲਾਸਫੀ ਸੀ, ਬਹੁਤ ਵੱਡਾ ਇਹਦੇ ਵਿੱਚ ਗਿਆਨ ਛੁਪਿਆ ਹੋਇਆ ਸੀ, ਜਿਹੜਾ ਚਿੱਕੜ ਦੇ ਵਿੱਚੋਂ ਕਟੋਰਾ ਕੱਢਣਾ ਹੈ। ਅਸਲ ਦੇ ਵਿੱਚ ਸੰਸਾਰ ਮੋਹ ਮਾਇਆ ਦਾ ਇੱਕ ਚਿੱਕੜ ਹੈ। ਇਹਦੇ ਵਿੱਚ ਗਰਕ ਹੋਏ ਜੀਵ ਨੂੰ ਬਾਹੋਂ ਫੜ ਕੇ ਗੁਰੂ ਨੇ ਬਾਹਰ ਕੱਢਣਾ ਹੈ। ਕੇਵਲ ਕਟੋਰੇ ਦੀ ਗੱਲ ਨਹੀਂ, ਆਪਣੇ ਆਪ ਨੂੰ ਵੀ ਉਸ ਚਿੱਕੜ ਤੋਂ ਬਚਾਉਣਾ ਹੈ, ਮਾਇਆ ਮੋਹ ਵਿਕਾਰਾਂ ਤੋਂ ਬਚਾਉਣਾ ਹੈ, ਤੇ ਉਸ ਖੱਡ ਵਿੱਚ ਡਿੱਗੇ ਹੋਏ ਨੂੰ, ਮਨੁੱਖ ਨੂੰ, ਸਿੱਖ ਕਹਿ ਲੋ, ਮਨੁੱਖ ਕਹਿ ਲੋ, ਉਹਨੂੰ ਉਹਦੇ ਵਿੱਚੋਂ ਮਾਇਆ ਮੋਹ ਵਿਕਾਰਾਂ ਦੇ ਚਿੱਕੜ ਦੇ ਵਿੱਚੋਂ ਬਾਹੋਂ ਫੜ ਕੇ ਕੱਢਣਾ ਹੈ। ਪੁੱਤਰ ਇਸ ਸਿਧਾਂਤ ਨੂੰ ਸਮਝ ਨਾ ਸਕੇ ਵੀ ਘਰ ਵਿੱਚ ਬਹੁਤ ਸਾਰੇ ਕਟੋਰੇ ਪਏ ਨੇ, ਇਹੀ ਕਟੋਰਾ ਗੰਦ ਵਿੱਚ ਪੈ ਕੇ ਉਸ ਗੰਦੇ ਨਾਲੇ ਦੇ ਵਿੱਚ ਵੜ ਕੇ ਕੱਢਣਾ ਹੈ। ਤੇ ਭਾਈ ਲਹਿਣਾ ਜੀ ਨੂੰ ਜਦੋਂ ਹੁਕਮ ਕੀਤਾ, ਛਾੜ ਮਾਰ ਕੇ ਉਹਨਾਂ ਨੇ ਉਹ ਕਟੋਰਾ ਜਿਹੜਾ ਗੰਦੇ ਨਾਲੇ ਵਿੱਚੋਂ ਕੱਢ ਕੇ ਬਾਹਰ ਲਿਆ ਕੇ ਰੱਖ ਦਿੱਤਾ। ਸੋ ਹਰ ਇੱਕ ਹੁਕਮ ਦੀ ਪਾਲਣਾ ਕੀਤੀ ਉਹਨਾਂ। ਕਰੇ ਜੇ ਗੁਰ ਫਰਮਾਇਆ, ਸਿਲ ਜੋਗ ਅਲੂਣੀ ਚੱਟੀ ਹੈ। ਕਿਉਂਕਿ ਹੁਕਮ ਪਾਲਣ ਵਾਲੀ ਜਿਹੜੀ ਕਾਰ ਹੈ ਨਾ, ਇਹ ਅਲੂਣੀ ਸਿਲ ਚੱਟਣ ਦੇ ਬਰਾਬਰ ਹੈ, ਬੜੀ ਔਖੀ ਕਾਰ ਹੈ। ਗੁਰਮੁਖੋ, ਪਹਿਲੇ ਪਹਿਲ ਜਿਹੜਾ ਨਾਮ ਦਾ ਸਵਾਦ ਹੈ, ਗੁਰੂ ਕੀ ਬਾਣੀ ਨੂੰ ਪੜ੍ਹਨਾ ਤੇ ਉਹਨੂੰ ਮੰਨਣਾ, ਇਹ ਸਵਾਦ ਜਿਹੜਾ ਹੈ ਨਾ, ਸਿਲ ਅਲੂਣੀ ਚੱਟਣ ਦੇ ਬਰਾਬਰ ਜਾਪਦਾ ਹੈ। ਦੁਨੀਆ ਦੇ ਜਿਹੜੇ ਪਦਾਰਥ ਨੇ, ਜਿਹੜੇ ਰਸ ਕਸ ਨੇ, ਉਹ ਪਹਿਲਾਂ ਮਿੱਠੇ ਲੱਗਦੇ ਨੇ, ਬੜੇ ਸਵਾਦਲੇ ਲੱਗਦੇ ਨੇ, ਪਰ ਮਗਰੋਂ ਕੌੜੇ ਹੋ ਜਾਂਦੇ ਨੇ। ਭਾਵ ਕਈ ਤਰ੍ਹਾਂ ਦੇ ਤਨ ਨੂੰ ਰੋਗ ਲੱਗ ਜਾਂਦੇ ਨੇ। ਡਾਕਟਰ ਬਾਅਦ ਵਿੱਚ ਕਹਿ ਦਿੰਦਾ ਨਾ ਵੀ ਇਹ ਮਿੱਠਾ ਹੁਣ ਤੇਰੇ ਵਾਸਤੇ ਜ਼ਹਿਰ ਹੋ ਗਿਆ, ਫਲਾਣਾ ਪਦਾਰਥ ਆ ਤਲੀ ਚੀਜ਼ ਤੇਰੇ ਵਾਸਤੇ ਹੁਣ ਜ਼ਹਿਰ ਹੋ ਚੁੱਕੀ ਹੈ, ਕਿਉਂਕਿ ਤੇਰਾ ਮਿਹਦਾ ਹੁਣ ਉਹੋ ਜਿਹਾ ਨਹੀਂ ਰਿਹਾ, ਤੇਰਾ ਹੁਣ ਲੀਵਰ ਉਹੋ ਜਿਹਾ, ਤੇਰੇ ਅੰਦਰ ਦੀ ਪਾਚਨ ਕਿਰਿਆ ਉਹੋ ਜਿਹੀ ਨਹੀਂ ਰਹੀ। ਤੂੰ ਆਹ ਚੀਜ਼ਾਂ ਜਿਹੜੀਆਂ ਤੇਰੀਆਂ ਮਨ ਭਾਉਂਦੀਆਂ ਨੇ ਉਹ ਛੱਡੇਗਾ ਤੇ ਹੁਣ ਸਹੀ ਰਹੇਗਾ। ਕਿਉਂਕਿ ਮਿੱਠਾ ਕਰਕੇ ਖਾਇਆ ਕੌੜਾ, ਉਪਜਿਆ ਸਾਧ। ਕੌੜੇ ਹੋ ਗਏ ਹੁਣ ਉਹ, ਖਿਨਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਦੁਨੀਆ ਦੇ ਜਿਹੜੇ ਪਦਾਰਥ ਨੇ, ਜਿਹੜੇ ਰਸ ਕਸ ਨੇ, ਉਹ ਪਹਿਲਾਂ ਸਵਾਦ ਲੱਗਦੇ ਨੇ ਤੇ ਬਾਅਦ ਵਿੱਚ ਕੌੜੇ ਹੋ ਜਾਂਦੇ ਨੇ ਜਦੋਂ ਉਹਨਾਂ ਦੇ ਰਾਹੀਂ ਰੋਗ ਸਰੀਰ ਦੇ ਵਿੱਚੋਂ ਜਨਮ ਲੈਂਦੇ ਆ। ਰੱਬ ਦੀ ਭਗਤੀ, ਗੁਰੂ ਦਾ ਹੁਕਮ, ਇਸ ਧਰਮ ਦੇ ਮਾਰਗ ਤੇ ਚੱਲਣਾ, ਇਹ ਪਹਿਲਾ ਪਹਿਲ ਬੜਾ ਫਿੱਕਾ ਜਿਹਾ ਜਾਪਦਾ, ਸਵਾਦ ਹੀ ਨਹੀਂ ਆਉਂਦਾ, ਰਸ ਹੀ ਨਹੀਂ ਆਉਂਦਾ। ਕਈ ਵਾਰੀ ਸ਼ਿਕਾਇਤ ਕਰਦੇ ਨੇ ਲੋਕ ਧਰਮ ਦੇ ਮਾਰਗ ਤੇ ਪਹਿਲੇ ਪਹਿਲ ਤੁਰਨ ਵਾਲੇ, ਕੀ ਕਰੀਏ ਗਿਆਨੀ ਜੀ, ਬਾਣੀ ਵਿੱਚੋਂ ਰਸ ਨਹੀਂ ਆਉਂਦਾ, ਕੀ ਕਰੀਏ ਨਾਮ ਦੇ ਵਿੱਚੋਂ ਰਸ ਨਹੀਂ ਆਉਂਦਾ, ਸਤ ਸੰਗ ਕਰਨ ਲੱਗਿਆ ਇਹਦੇ ਵਿੱਚੋਂ ਰਸ ਨਹੀਂ ਆਉਂਦਾ। ਲਾਜ਼ਮੀ ਗੱਲ ਹੈ ਕਿ ਪਹਿਲਾਂ ਪਹਿਲ ਜਿਹੜਾ ਧਰਮ ਦਾ ਮਾਰਗ ਹੈ, ਸਵਾਦਾ ਸਿਲ ਅਲੂਣੀ ਚੱਟਣ ਦੇ ਬਰਾਬਰ ਲੱਗੇਗਾ, ਫਿੱਕਾ ਜਿਹਾ ਲੱਗੇਗਾ, ਸਵਾਦ ਛੱਡਣ ਨੂੰ ਮਨ ਕਰੇਗਾ। ਪਰ ਜਿਹੜਾ ਬੰਦਾ ਲੱਗਾ ਰਹਿੰਦਾ ਹੈ, ਹੌਲੀ ਹੌਲੀ ਇਹਦੇ ਵਿੱਚੋਂ ਇੰਨਾ ਸਵਾਦ ਮਿਲਣਾ ਸ਼ੁਰੂ ਹੋ ਜਾਂਦਾ ਹੈ, ਇੰਨਾ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ ਵੀ ਇਸ ਰਸ ਨਾਲ ਪਿਆਰ ਬਣ ਜਾਂਦਾ ਹੈ ਤੇ ਬਾਬਾ ਫਰੀਦ ਜੀ ਵਰਗੀ ਹਾਲਤ ਬਣ ਜਾਂਦੀ ਹੈ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਤੁਧ। ਇਹ ਜਿਹੜਾ ਸਵਾਦ ਹੈ ਅੰਦਰ ਦੇ ਸਾਰੇ ਰੋਗ ਖਤਮ ਕਰ ਦਿੰਦਾ ਹੈ। ਮਾਨਸਿਕ ਰੋਗ, ਮਨ ਦੇ ਰੋਗ ਜਿਹੜੇ ਨੇ, ਇਸ ਸਵਾਦ ਨੂੰ ਗ੍ਰਹਿਣ ਕਰਨ ਵਾਲਾ ਅੰਦਰੋਂ ਹੌਲੀ ਹੌਲੀ ਮਿਟਾ ਲੈਂਦਾ ਹੈ। ਦੁਨੀਆ ਦੇ ਸਵਾਦ ਪਹਿਲਾਂ ਮਿੱਠੇ ਲੱਗਦੇ ਨੇ, ਉਹ ਰੋਗਾਂ ਨੂੰ ਜਨਮ ਦਿੰਦੇ ਆ, ਬਾਅਦ ਚ ਕੌੜੇ ਹੋ ਜਾਂਦੇ ਆ। ਇਹ ਸਵਾਦ ਪਹਿਲਾਂ ਬਕਬਕਾ ਤੇ ਫਿੱਕਾ ਜਿਹਾ ਲੱਗਦਾ ਹੈ, ਹੌਲੀ ਹੌਲੀ ਜਦੋਂ ਜਗਿਆਸੂ ਜੁੜਿਆ ਰਹਿੰਦਾ, ਇਹਦੇ ਵਿੱਚੋਂ ਐਸਾ ਸਵਾਦ ਆਉਂਦਾ ਹੈ, ਐਸੀ ਮਿਠਾਸ ਜ਼ਿੰਦਗੀ ਨੂੰ ਪ੍ਰਾਪਤ ਹੁੰਦੀ ਹੈ ਵੀ ਅੰਦਰ ਦੇ ਸਾਰੇ ਰੋਗ ਜਿਹੜੇ ਹਨ ਉਹ ਖਤਮ ਹੋ ਜਾਂਦੇ ਨੇ। ਤੇ ਇੱਥੇ ਭਾਈ ਬਲਵੰਡ ਜੀ ਕਹਿ ਰਹੇ ਨੇ, ਕਰੇ ਜੇ ਗੁਰ ਫਰਮਾਇਆ, ਸਿਲ ਜੋਗ ਅਲੂਣੀ ਚੱਟੀਏ। ਬੜੀ ਕਰੜੀ ਕਾਰ ਹੈ, ਬੜੀ ਕਰੜੀ ਘਾਲਣਾ ਹੈ। ਗੁਰੂ ਦੇ ਹੁਕਮ ਨੂੰ ਸੁਣ ਕੇ ਮੰਨ ਲੈਣਾ ਸਿਲ ਅਲੂਣੀ ਚੱਟਣ ਦੇ ਬਰਾਬਰ ਹੈ। ਫਿਰ ਅੱਗੇ ਕਹਿੰਦੇ, ਲੰਗਰ ਚੱਲੇ ਗੁਰ ਸ਼ਬਦ, ਹਰ ਤੋਟ ਨਾ ਆਵੀ ਖੱਟੀ ਹੈ। ਗੁਰੂ ਅੰਗਦ ਦੇ ਮਹਾਰਾਜ ਜੀ ਦੇ ਦਰਬਾਰ ਵਿੱਚ ਸ਼ਬਦ ਦਾ ਲੰਗਰ ਚੱਲਦਾ ਹੈ, ਕਦੀ ਤੋਟ ਨਹੀਂ ਆਉਂਦੀ।
ਆਪਾਂ ਨੂੰ ਕੇਵਲ ਇੱਕੋ ਲੰਗਰ ਦਾ ਪਤਾ ਹੈ, ਦਾਲ ਫੁਲਕੇ ਦਾ। ਅੱਜ ਜੀ ਮਟਰ ਪਨੀਰ ਦੀ ਸਬਜ਼ੀ ਬਣ ਰਹੀ ਹੈ ਜੀ, ਅੱਜ ਜੀ ਕੜੀ ਚਾਵਲ ਬਣ ਰਹੇ ਨੇ ਜੀ, ਅੱਜ ਹੀ ਫਲਾਣਾ। ਅੱਜ ਤੇ ਸਾਡੀ ਹਾਲਤ ਇਹ ਹੋ ਚੁੱਕੀ ਹੈ, ਜੇ ਤੇ ਅਨਾਉਂਸ ਕੀਤਾ ਵੀ ਬੜਾ ਵਧੀਆ ਲੰਗਰ ਹੋਣਾ ਹੈ ਤਾਂ ਤੇ 4 ਜੀ ਆ ਕੇ ਜੁੜ ਜਾਣਗੇ, ਸੰਗਤਾਂ ਆ ਕੇ ਬਹਿ ਜਾਣਗੀਆਂ। ਜੇ ਲੰਗਰ ਨਹੀਂ, ਐਵੇਂ ਹੀ ਸਮਾਗਮ ਹੈ, ਤੇ ਕੋਈ ਵੀ ਨਹੀਂ ਆਏਗਾ। ਸਾਡਾ ਲੰਗਰ ਤੱਕ ਪਿਆਰ ਰਹਿ ਗਿਆ ਗੁਰੂ ਨਾਲ। ਬਸ ਅਸੀਂ ਲੰਗਰ ਕਰਕੇ ਗੁਰੂ ਦੇ ਦਰ ਤੇ ਆਉਨੇ ਆ। ਸੱਚ ਜਾਣਿਓ, ਅਸੀਂ ਗੁਰੂ ਦੇ ਸ਼ਬਦ ਦੇ ਲੰਗਰ ਦੀ ਪਿਆਸ ਭੁੱਖ ਰੱਖ ਕੇ, ਗੁਰੂ ਦੀ ਬਾਣੀ ਨੂੰ ਪੜਨ ਸੁਣਨ ਦੀ ਭੁੱਖ ਰੱਖ ਕੇ ਨਹੀਂ ਅਸੀਂ ਆਉਂਦੇ। ਅਸੀਂ ਕੇਵਲ ਜਿਹੜਾ ਲੰਗਰ ਦਾਲ ਫੁਲਕਾ ਜਿਹੜਾ ਪ੍ਰਸ਼ਾਦਾ ਹੈ ਨਾ, ਉਹਦੀ ਭੁੱਖ ਰੱਖ ਕੇ ਆਉਂਦੇ। ਉਹ ਭਲਿਓ, ਇਹ ਦਾਲ ਫੁਲਕਾ ਇਹ ਲੰਗਰ ਤੇ ਘਰ ਦੇ ਵਿੱਚ ਵੀ ਬਣਦਾ ਹੈ, ਪਰ ਸ਼ਬਦ ਦਾ ਲੰਗਰ ਕੇਵਲ ਗੁਰੂ ਦੇ ਘਰ ਵਿੱਚ ਤਿਆਰ ਹੁੰਦਾ ਹੈ। ਕੀਰਤਨ ਕਥਾ ਬਾਣੀ ਦਾ ਲੰਗਰ ਕੇਵਲ ਗੁਰੂ ਦੇ ਘਰ ਵਿੱਚ ਤਿਆਰ ਹੁੰਦਾ ਹੈ। ਇਸ ਕਰਕੇ ਇੱਥੇ ਮਨ ਦੀ ਆਤਮਾ ਦੀ ਖੁਰਾਕ ਲੈਣ ਵਾਸਤੇ ਤੇ ਗੁਰੂ ਘਰ ਦੇ ਵਿੱਚ ਆਇਆ ਕਰੋ। ਤੇ ਕਹਿੰਦੇ ਲੰਗਰ ਚੱਲੇ ਗੁਰੂ ਸ਼ਬਦ, ਹਰ ਤੋਟ ਨ ਆਵੀ ਖੱਟੀ ਹੈ, ਖਰਚੇ ਦਿੱਤ ਕਸਮ ਦੀ ਆਪ ਖੈਂਦੀ ਖੈਰਦ ਬੱਟੀ ਹੈ। ਤੇ ਕਹਿੰਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਹੱਟੀ ਵਿੱਚੋਂ ਸੱਚੇ ਦੇ ਨਾਮ ਦਾ ਜੋ ਸੌਦਾ, ਜੋ ਖਰਚ ਪੂੰਜੀ ਜੀਵਨ ਦੇ ਰਾਹ ਦੀ, ਜੋ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਜੋ ਦਿੱਤੀ, ਅਕਾਲ ਪੁਰਖ ਵੱਲੋਂ ਜੋ ਪ੍ਰਾਪਤ ਹੋਈ, ਕਹਿੰਦੇ ਆਪ ਵੀ ਵਰਤਦੇ ਨੇ ਤੇ ਲੋਕਾਂ ਦੀ ਝੋਲੀ ਵਿੱਚ ਵੀ ਉਹ ਖੁੱਲੇ ਦਿਲ ਨਾਲ ਪਾ ਰਹੇ ਨੇ। ਜੋ ਨਾਮ ਦਾ ਖਜ਼ਾਨਾ, ਜੋ ਦੌਲਤ ਰੱਬੀ ਬਖਸ਼ਿਸ਼ਾਂ ਦੀ, ਜੋ ਰੱਬੀ ਗੁਣ ਆਤਮਿਕ ਜੀਵਨ ਨੂੰ ਸਫਲ ਕਰਨ ਵਾਸਤੇ ਜੋ ਜਗਿਆਸੂ ਆਉਂਦੇ ਨੇ, ਉਹਨਾਂ ਦੀ ਝੋਲੀ ਵਿੱਚ ਖੁੱਲੇ ਦਿਲ ਨਾਲ ਪਾਉਂਦੇ ਨੇ। ਬੜਾ ਪਿਆਰਾ ਬਚਨ ਹੈ ਬਾਬਾ ਕਬੀਰ ਸਾਹਿਬ ਜੀ ਦਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕੋਠਰੀ ਮੇ ਕੋਠਰੀ ਪਰਮ ਕੋਠਰੀ ਵਿਚਾਰ। ਕਹਿੰਦੇ ਸਰੀਰ ਇੱਕ ਮਾਨੋ ਨਿੱਕਾ ਜਿਹਾ ਕੋਠਾ ਹੈ, ਇਸ ਕੋਠੇ ਦੇ ਵਿੱਚ ਇੱਕ ਨਿੱਕੀ ਜੀ ਕੋਠੜੀ ਦਿਮਾਗ ਹੈ। ਕਹਿੰਦੇ ਉਸ ਦਿਮਾਗ ਦੇ ਵਿੱਚ ਮੈਂ ਪ੍ਰਭੂ ਦੇ ਨਾਮ ਦੀ ਸਿਫਤ ਤੋਂ ਸਲਾਹ ਦੀ ਵਿਚਾਰ ਕਰਦਾ। ਕੋਠਰੇ ਮੇ ਕੋਠਰੀ ਪਰਮ ਕੋਠਰੀ ਵਿਚਾਰ, ਜੋ ਜੋ ਨਾਮ ਦੀ ਵਿਚਾਰ ਕਰਦਾ ਵਾਂ, ਗੁਰਦੀਨੀ ਵਸਤ ਕਬੀਰ ਕੋ ਲਿਓ ਵਸਤ ਸੰਭਾਰ। ਤੇ ਮੇਰਾ ਗੁਰੂ ਜੋ ਨਾਮ ਦੀ ਵਿਚਾਰ ਮੇਰੇ ਕੋ ਕਰਵਾ ਰਿਹਾ ਸੀ, ਗੁਰੂ ਨੇ ਆਖਿਆ ਵੀ ਕਬੀਰ ਹੁਣ ਤੇਰੀ ਝੋਲੀ ਵਿੱਚ ਮੈਂ ਨਾਮ ਦੀ ਵਸਤੂ ਪਾ ਰਿਹਾ, ਨੂੰ ਸੰਭਾਲ ਕੇ ਰੱਖ, ਇਹਨੂੰ ਆਪਣੇ ਕੋਲ ਰੱਖ। ਕਹਿੰਦੇ ਗੁਰਦੀਨੀ ਵਸਤ ਕਬੀਰ ਕੋ ਲਿਓ ਵਸਤ ਸੰਭਾਰ। ਹੁਣ ਜਦੋਂ ਕਬੀਰ ਕੋਲ ਉਹ ਵਸਤੂ ਆਈ ਤੇ ਇੰਨਾ ਭੰਡਾਰਾ ਭਰ ਗਿਆ ਬਾਬੇ ਕਬੀਰ ਸਾਹਿਬ ਜੀ ਕੋਲ, ਗੁਰੂ ਦੇ ਨਾਲ ਜੁੜ ਕੇ ਉਸ ਨਾਮ ਦੀ ਵਿਚਾਰ ਕੀਤਿਆਂ। ਕਬੀਰ ਕਹਿੰਦਾ ਮੈਂ ਕੱਲਾ ਕਿਉਂ ਸਾਂਭ ਕੇ ਰੱਖਾਂ, ਮੈਂ ਇਸ ਵਸਤੂ ਨੂੰ ਹੁਣ ਦੂਜਿਆਂ ਨੂੰ ਵੀ ਵੰਡਾਂ। ਕਹਿੰਦੇ ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ, ਕਬੀਰ ਨੇ ਉਹ ਰੱਬ ਵੱਲੋਂ ਪ੍ਰਾਪਤ ਹੋਈ ਨਾਮ ਦੀ ਵਸਤੂ ਪੂਰੇ ਸੰਸਾਰ ਦੇ ਵਿੱਚ ਵੰਡੀ ਹੈ। ਉਹਨਾਂ ਦੇ ਸ਼ਲੋਕ ਨੇ 250 ਤੋਂ ਉੱਪਰ ਕਰੀਬਨ ਸ਼ਲੋਕ ਨੇ। ਇਹ ਵਸਤੂ ਹੈ ਉਹ ਨਾਮ ਦੇ ਭੰਡਾਰੇ ਦੀ। ਉਹਨਾਂ ਦੇ ਕਿੰਨੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚੋਂ। ਇਹ ਵਸਤੂ ਹੈ ਉਹ ਭੰਡਾਰੇ ਚੋਂ ਜਿਹੜੀ ਪ੍ਰਾਪਤ ਹੋਈ, ਜਿਹੜੀ ਅੱਜ ਤੱਕ ਵੰਡੀ ਜਾ ਰਹੀ ਹੈ। ਸੋ ਭਗਤ ਜਨ ਜਿਹੜੇ ਨੇ, ਗੁਰੂ ਜਨ ਜੋ ਖਜ਼ਾਨਾ ਰੱਬੀ ਬਖਸ਼ਿਸ਼ ਦਾ, ਜੋ ਨਾਮ ਭਗਤੀ ਦਾ ਜੋ ਪ੍ਰਾਪਤ ਹੋਇਆ, ਉਹਨਾਂ ਨੂੰ ਉਹਨਾਂ ਨੇ ਸੰਸਾਰ ਦੇ ਭਲੇ ਵਾਸਤੇ ਉਹਨੂੰ ਵੰਡਿਆ। ਤੇ ਕਹਿੰਦੇ ਨੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਉਹ ਖਜ਼ਾਨਾ ਆਪ ਵੀ ਵਰਤਿਆ ਹੈ ਤੇ ਦਵਾ ਦਬ ਉਹ ਵੰਡਿਆ ਵੀ ਹੈ। ਕਹਿੰਦੇ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ। ਕਹਿੰਦੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤੋ ਸਲਾਹ ਹੋ ਰਹੀ ਹੈ। ਤੇ ਰੂਹਾਨੀ ਦੇਸ਼ਾਂ ਦੇ ਵਿੱਚੋਂ, ਭਾਵ ਨਿਰੰਕਾਰ ਦੇ ਦੇਸ਼ ਵਿੱਚੋਂ, ਉਹਨਾਂ ਦੇ ਘਰ ਵਿੱਚ ਕਹਿੰਦੇ ਨੇ ਨੂਰ ਚੱਲ ਰਿਹਾ ਹੈ, ਨੂਰ ਦੀ ਵਰਖਾ ਹੋ ਰਹੀ ਹੈ, ਆਤਮਿਕ ਬਲ ਦੀ ਵਰਖਾ ਹੋ ਰਹੀ ਹੈ, ਰੱਬੀ ਗੁਣਾਂ ਦੇ ਪ੍ਰਕਾਸ਼ ਦੀ ਵਰਖਾ ਹੋ ਰਹੀ ਹੈ। ਫਿਰ ਕਹਿੰਦੇ ਨੇ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਇਹ ਸੱਚੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਜੀ, ਤੁਹਾਡਾ ਦੀਦਾਰ ਕੀਤਿਆਂ, ਤੁਹਾਡੇ ਉਪਦੇਸ਼ ਨੂੰ ਜ਼ਿੰਦਗੀ ਵਿੱਚ ਕਮਾਇਆ, ਕਹਿੰਦੇ ਜਨਮਾਂ ਜਨਮਾਂਤਰਾਂ ਦੀ ਵਿਕਾਰਾਂ ਦੀ ਮੈਲ ਕੱਟੀ ਜਾਂਦੀ ਹੈ। ਭੱਟ ਸਾਹਿਬਾਨਾਂ ਨੇ ਬੜਾ ਪਿਆਰਾ ਸ਼ਬਦ ਗੁਰੂ ਅੰਗਦ ਦੇ ਮਹਾਰਾਜ ਜੀ ਦੀ
ਵਡਿਆਈ ਕਰਦਿਆਂ ਹੋਇਆਂ ਉਚਾਰਨ ਕੀਤਾ ਹੈ। ਕਹਿੰਦੇ ਨੇ ਅੰਬੇ ਦ੍ਰਿਸ਼ਟ ਸ਼ੁਭ ਕਰੈ ਅਗ ਹਰੈ ਸਕਲ ਪਾਪ ਮਲ। ਇਹ ਗੁਰੂ ਅੰਗਦ ਦੇ ਮਹਾਰਾਜ ਜੀਓ ਆਤਮਿਕ ਜੀਵਨ ਦੇਣ ਵਾਲੀ ਮਿਹਰ ਭਰੀ ਦ੍ਰਿਸ਼ਟੀ ਜਿਸ ਸੇਵਕ ਉੱਤੇ ਪਾ ਦਿੰਦੇ ਹੋ, ਜਿਸ ਇਨਸਾਨ ਦੇ ਉੱਤੇ ਪਾ ਦਿੰਦੇ ਹੋ, ਉਹਦੇ ਸਾਰੇ ਪਾਪ, ਉਹਦੇ ਵਿਕਾਰਾਂ ਦੀ ਮੈਲ ਕੱਟ ਦਿੰਦੇ ਹੋ। ਅੰਮੇ ਦ੍ਰਿਸ਼ਟ ਸ਼ੁਭ ਕਰੈ ਅਗ ਹਰੈ ਸਕਲ ਪਾਪ ਮਲ। ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੈ ਸਭੈ ਬਲ। ਕਹਿੰਦੇ ਤੁਹਾਡੇ ਦਰਸ਼ਨ ਕੀਤਿਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵਸ ਵਿੱਚ ਆ ਜਾਂਦੇ ਨੇ। ਸਦਾ ਸੁਖ ਮਨ ਵਸੈ ਦੁੱਖ ਸੰਸਾਰੈ ਖੋਵੈ। ਗੁਰੂ ਅੰਗਦ ਦੇ ਮਹਾਰਾਜ ਜੀਓ ਤੁਹਾਡੇ ਦਰਸ਼ਨ ਕਰਨ ਦੇ ਨਾਲ ਸੰਸਾਰ ਦੀ ਝੋਲੀ ਵਿੱਚ ਸੁੱਖ ਪੈਂਦਾ ਤੇ ਦੁੱਖ ਚੁੱਕੇ ਜਾਂਦੇ ਨੇ, ਦੁੱਖ ਕੱਟੇ ਜਾਂਦੇ ਨੇ। ਸਦਾ ਸੁਖ ਮਨ ਵਸੈ ਦੁੱਖ ਸੰਸਾਰੈ ਖੋਵੈ। ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ। ਕਹਿੰਦੇ ਤੁਸੀਂ ਗੁਣਾਂ ਦੇ ਖਜ਼ਾਨੇ ਹੋ, ਇੱਕ ਵਗਦੇ ਹੋਏ ਦਰਿਆਓ, ਤੁਹਾਡੇ ਵਿੱਚ ਇਸ਼ਨਾਨ ਕੀਤਿਆਂ, ਤੁਹਾਡੇ ਸ਼ਬਦ ਬਾਣੀ ਇਸ ਵਿਚਾਰ ਦੇ ਵਿੱਚ ਇਸ਼ਨਾਨ ਕੀਤਿਆਂ, ਕਹਿੰਦੇ ਸਾਰੀ ਮਲ ਵਿਕਾਰਾਂ ਦੀ ਦੂਰ ਹੋ ਜਾਂਦੀ ਹੈ, ਮੈਲ ਕੱਟੀ ਜਾਂਦੀ ਹੈ। ਫਿਰ ਅੱਗੇ ਕਹਿੰਦੇ ਸੋ ਕਹੋ ਟਲ ਗੁਰ ਸੇਵੀ ਐ ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੀਏ ਗੁਰੂ ਕੈ ਜਨਮ ਮਰਨ ਦੁਖ ਜਾਏ। ਕਹਿਣ ਲੱਗੇ ਕਲ ਸਹਾਰ ਭੱਟ ਜੀ ਕਹਿੰਦੇ ਨੇ ਵੀ ਹੇ ਭਾਈ, ਹੇ ਮਨਾ, ਤੂੰ ਵੀ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਤੇ ਸ਼ਰਧਾ ਭਾਵਨਾ ਦੇ ਨਾਲ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਦੱਸੀ ਹੋਈ ਸੇਵਾ ਘਾਲਣਾ ਕਾਲ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਜਿਹੜਾ ਸਹਿਜਤਾ ਦੇ ਵਿੱਚ ਟਿਕ ਕੇ ਪ੍ਰੇਮ ਦੇ ਵਿੱਚ ਭਿੱਜ ਕੇ ਸੇਵਾ ਕਰਦਾ, ਬਚਨਾਂ ਦੀ ਪਾਲਣਾ ਕਰਦਾ, ਗੁਰੂ ਉਹਦੇ ਜਨਮ ਮਰਨ ਨੂੰ ਕੱਟ ਦਿੰਦਾ, ਉਹਦਾ ਗੇੜ ਮੁੱਕ ਜਾਂਦਾ। ਤੇ ਇੱਥੇ ਉਹੀ ਬਚਨ ਕਹਿ ਰਹੇ ਨੇ ਭਾਈ ਬਲਵੰਡ ਜੀ ਕਿ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਕਿਤੇ ਸੱਚ ਜੇ ਗੁਰ ਫਰਮਾਇਆ ਕਿਉਂ ਏਦੂ ਬੋਲੋ ਹਟੀ ਹੈ। ਜੋ ਵੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਪ ਜੀ ਨੂੰ ਬਚਨ ਕਹੇ, ਜੋ ਹੁਕਮ ਦਿੱਤਾ, ਕਦੀ ਵੀ ਆਪ ਜੀ ਨੇ ਉਹਨਾਂ ਬਚਨਾਂ ਨੂੰ ਟਾਲਿਆ ਨਹੀਂ, ਉਹਨਾਂ ਦੇ ਉੱਤੇ ਪਹਿਰਾ ਦਿੱਤਾ ਹੈ। ਦੂਜੇ ਪਾਸੇ ਪੁੱਤਰੀ ਕੌੜ ਨਾ ਪਾਲਿਓ ਕਰ ਪੀਰੋ ਕੰਨ ਮੁਰਟੀ ਹੈ। ਗੁਰੂ ਨਾਨਕ ਦੇ ਮਹਾਰਾਜ ਜੀ ਦੇ ਆਪਣੇ ਹੀ ਸੁਪੁੱਤਰਾਂ ਨੇ ਉਹਨਾਂ ਦੇ ਹੁਕਮਾਂ ਦੀ ਬਚਨਾਂ ਦੀ ਪਾਲਣਾ ਨਾ ਕੀਤੀ। ਉਹ ਪਿੱਠ ਦੇ ਕੇ ਗੁਰੂ ਦੇ ਬਚਨਾਂ ਨੂੰ ਮੋੜਦਿਆਂ ਹੋਇਆਂ ਉਹ ਆਪਣੇ ਮਨ ਦੇ ਪਿੱਛੇ ਤੁਰ ਕੇ ਆਪਣਾ ਜਨਮ ਬਤੀਤ ਕਰਦੇ ਰਹੇ। ਪਿਤਾ ਗੁਰੂ ਦਾ ਹੁਕਮ ਨਾ ਉਹਨਾਂ ਨੇ ਮੰਨਿਆ। ਕਹਿੰਦੇ ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਇਨ ਛਟੀਏ। ਜਿਨ੍ਹਾਂ ਦੇ ਦਿਲ ਵਿੱਚ ਖੋਟ ਹੈ ਤੇ ਗੁਰੂ ਦੇ ਬਚਨਾਂ ਹੁਕਮਾਂ ਵੱਲੋਂ ਆਕੀ ਹੋ ਕੇ ਤੁਰਦੇ ਨੇ, ਭਾਵ ਬਚਨਾਂ ਨੂੰ ਮੰਨਦੇ ਨਹੀਂ, ਉਹ ਦੁਨੀਆਦਾਰੀ ਦਾ ਮਾਇਆ ਮੋਹ ਦਾ ਭਾਰ ਇਹ ਆਪਣੇ ਸਿਰ ਤੇ ਆਪਣੇ ਆਤਮੇ ਉੱਤੇ ਲੱਦੀ ਫਿਰਦੇ ਹਨ, ਭਾਵ ਬੰਧਨਾਂ ਵਿੱਚ ਪੈ ਰਹਿੰਦੇ ਨੇ, ਉਹਨਾਂ ਦੀ ਖਲਾਸੀ ਨਹੀਂ ਹੁੰਦੀ। ਤੇ ਕਹਿੰਦੇ ਨੇ ਜਿਨ ਆਖੀ ਸੋਈ ਕਰੈ ਜਿਨ ਕੀਤੀ ਤਿਨੈ ਥੱਟੀ ਹੈ। ਕਹਿੰਦੇ ਨੇ ਕੌਣ ਹਾਰੇ ਕਿਨ ਉਵਟੀ ਹੈ। ਕਹਿੰਦੇ ਪਰ ਜੀਵਾਂ ਦੇ ਕੀ ਵਸ। ਕਹਿੰਦੇ ਨੇ ਜੀਵਾਂ ਦੀ ਆਪਣੀ ਸਮਰੱਥਾ ਓਨੀ ਕੋਈ ਹੈ। ਮਾਲਕ ਵਾਹਿਗੁਰੂ ਜੀ ਤੇਰੀ ਰਜਾ ਦੇ ਵਿੱਚ ਹੀ ਕੋਈ ਹਾਰ ਰਿਹਾ ਜ਼ਿੰਦਗੀ ਦੀ ਬਾਜੀ, ਤੇ ਤੇਰੀ ਰਜਾ ਦੇ ਵਿੱਚ ਹੀ ਕੋਈ ਤੇਰੇ ਹੁਕਮਾਂ ਦੀ ਪਾਲਣਾ ਕਰਕੇ ਜ਼ਿੰਦਗੀ ਦੀ ਬਾਜੀ ਜਿੱਤ ਰਿਹਾ ਹੈ। ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜੇ ਹੁਕਮ ਮਨਾਉਣ ਵਾਲੀ ਜਿਹੜੀ ਖੇਡ ਰਚੀ ਹੈ, ਆਪ ਹੀ ਭਾਈ ਲਹਿਣਾ ਜੀ ਦੇ ਵਿੱਚ ਵਰਤ ਕਰਕੇ, ਆਪ ਹੀ ਉਹਨੂੰ ਉਸ ਜੋਗਾ ਤਿਆਰ ਕਰਕੇ ਹੁਕਮ ਦੀ ਪਾਲਣਾ ਕਰਵਾ ਕਰਕੇ ਬਖਸ਼ਿਸ਼ਾਂ ਦਾ ਪਾਤਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਣਾ ਦਿੱਤਾ, ਹੁਕਮ ਮੰਨਣ ਵਾਲਾ ਬਣਾ ਦਿੱਤਾ। ਤੇ ਜਿਉਂ-ਜਿਉਂ ਭਾਈ ਲਹਿਣਾ ਜੀ ਨੇ ਹੁਕਮ ਮੰਨ ਕੇ ਘਾਲਣਾ ਘਾਲੀ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਦੇ ਸਿਰ ਦੇ ਉੱਤੇ ਗੁਰਿਆਈ ਦਾ ਛਤਰ ਝੁਲਾ ਦਿੱਤਾ, ਉਹਨਾਂ ਨੂੰ ਨਾਮ ਦੇ ਖਜ਼ਾਨਿਆਂ ਦਾ ਮਾਲਕ ਬਣਾ ਦਿੱਤਾ। ਤੇ ਗੁਰੂ ਅੰਗਦ ਦੇ ਮਹਾਰਾਜ ਜੀ, ਗੁਰੂ ਨਾਨਕ ਦੇ ਮਹਾਰਾਜ ਜੀ ਜੋਤ ਦੇ ਵਾਰਸ ਬਣ ਕੇ ਰੱਬੀ ਖਜ਼ਾਨਿਆਂ ਨੂੰ ਲੁਕਾਈ ਦੇ ਭਲੇ ਵਾਸਤੇ ਵੰਡ ਰਹੇ ਨੇ। ਇਹ ਇਸ ਪੌੜੀ ਦਾ ਸਾਰ ਹੈ। ਸੋ ਬਾਕੀ ਦੀ ਬਾਣੀ ਦੀ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਕਰਾਂਗੇ ਜੀ। ਭੁੱਲ ਗਲਤੀ ਦੀ ਖੇਮਾ ਪਰਵਾਨੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।